तेरे कवन कवन गुण कहे कहे गावा, तू साहिब गुणी निधाना। तुमरी महिमा बरन ना साकौं, तू ठाकुर ऊच भगवाना। जेहवा एक कवन गुण कहिए, बेशुमार बेअंत स्वामी। तेरो अंत न किन्हीं लहिए, जिता जियो पिंड सब तेरा। तू अंतर जामी पुरख भगवान। दासन दास कहे जन नानक, जेहा तू कराए तेहा हों करी वख्यान। दासन दास कहे जन नानक, जेहा तू कराए तेहा हों करी वख्यान। सज्जन सच्चा पातशाह, फिर शाहां दा शाह। जिस पास बैठिया सोहिए, सबना दा विसाहो। सतनाम श्री वाहेगुरु साहिब जी। सोरठ महला तीजा। हर जियो तुदनो सदा सलाही प्यारे। जिचर घट अंतर है सासा, एक पल खिन विसर है तू स्वामी। जानो बरस 50 हम मूड मुगद सदा से पाई। गुर कै शब्द पर गासा, हार जियो तुदनो सदा सलाही प्यारे। जिचर घट अंतर है सासा, एक पल खिन विसर है तू स्वामी। जानो बरस 50 हम मूड मुगद सदा से पाई। गुर का शब्द पर गासा, हार जियो तुम आपे देहो बुझाई। हार जियो तुद विटो वारिया साधही। तेरे नाम विटो बल जाई। हार जियो तुम आपे देहो बुझाई।
ਹਰ ਜੀਓ ਤੁਧ ਵਿਟੋ ਵਾਰਿਆ ਸਾਧਹੀ, ਤੇਰੇ ਨਾਮ ਵਿਟੋ ਬਲ ਜਾਈ। ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਸਰਬ ਸ਼ਕਤੀਮਾਨ, ਮੁਕਤੀ ਦਾਤੇ ਰੂਹਾਨੀਅਤ ਦੇ ਮੁਜੱਸਮੇ ਕਲ ਯੁਗ ਦੇ ਬੋਹਿਤ, ਜੁਗੋ ਜੋਗੇ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ, ਸਤਿਗੁਰਾਂ ਦੇ ਮਹਾਨ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸੱਜ ਬੈਠੀ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਕੀ ਸੁੰਦਰ ਰੂਪ ਸਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਅੰਮ੍ਰਿਤ ਵੇਲੇ ਤੋਂ ਸਮੇਂ-ਸਮੇਂ ਅਨੁਸਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਕੇ ਉਪਰੰਤ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੀ ਹੈ, ਸਾਨੂੰ ਕਲਯੁਗੀ ਜੀਵਾਂ ਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਇਸ ਨੂੰ ਸਰਵਣ ਕਰਨ ਦੇ ਲਈ, ਵਿਚਾਰਨ ਦੇ ਲਈ, ਆਪਣੇ ਜੀਵਨ ਨੂੰ ਗੁਰੂ ਦੇ ਆਸ਼ੇ ਦੇ ਅਨੁਸਾਰ ਜਿਉਣ ਵਾਸਤੇ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦ ਵਿੱਚ ਸੱਜ ਕੇ ਹਾਜ਼ਰੀਆਂ ਲਵਾ ਰਹੇ ਹੋ। ਗੁਰੂ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਸਾਨੂੰ ਕਲਯੁਗੀ ਜੀਵਾਂ ਨੂੰ ਇਸ ਜੀਵਨ ਦਾ ਮਕਸਦ ਗੁਰਦੇਵ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਕੇ ਸਮਝਾਉਂਦਿਆਂ ਹੋਇਆਂ ਸੋਰਠ ਰਾਗ ਦੇ ਵਿੱਚ ਗੁਰਦੇਵ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਉਹਨਾਂ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨ ਜੋ ਆਪ ਜੀ ਨੇ ਮੂਲ ਰੂਪ ਦੇ ਵਿੱਚ ਸਰਵਣ ਕੀਤੇ ਨੇ, ਅੰਗ 601 ਦੇ ਉੱਤੇ ਸੁਭਾਏ ਮਾਨ ਨੇ। ਗੁਰਦੇਵ ਪਾਤਸ਼ਾਹ ਸਾਨੂੰ ਕੀ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। आओ समुची साध संगत माई भाई जितने भी गुरु हजूर सज बैठे हो, देश विदेश दे राही चैनल दे राही संगतां जुड़ियां होईयां, प्यार विच भिज के बुलाओ जी सतनाम श्री वाहिगुरु जी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਹਰ ਜੀਓ ਤੁਧਨੋ ਸਦਾ ਸਲਾਹੀ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ। ਗੁਰਦੇਵ ਪਾਤਸ਼ਾਹ ਜੀ ਰਹਿਮਤ ਦੇ ਘਰ ਵਿੱਚ ਆ ਕੇ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਅੰਤਰੀਵ ਹਿਰਦੇ ਵਿੱਚੋਂ ਅਰਦਾਸ ਕੀਤੀ ਹੈ। ਅਰਦਾਸ ਕਰਨ ਦੇ ਵਾਸਤੇ ਗੁਰਦੇਵ ਪਾਤਸ਼ਾਹ ਨੇ ਸਾਨੂੰ ਇਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹਰ ਸਿੱਖ ਨੇ, ਮਾਈ ਭਾਈ ਨੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਕਰਨੀ ਹੈ, ਕਿਉਂਕਿ ਜੀਵਨ ਦਾ ਜੋ ਮਕਸਦ ਹੈ ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਉਣਾ ਕੀਤਾ ਹੈ। ਤੇ ਜੀਵਨ ਦੇ ਮਕਸਦ ਦੀ ਤਾਦੀ ਸਮਝ ਆਏਗੀ ਜਦ ਸਾਡੇ ਜੀਵਨ ਵਿੱਚ ਜਾਗ ਲੱਗ ਜਾਏਗੀ। ਇਸ ਲਈ ਅਸੀਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਨੂੰ ਸਰਵਣ ਕਰਕੇ, ਵਿਚਾਰ ਕਰਕੇ ਇਹਦੇ ਅਨੁਸਾਰੀ ਜੀਵਨ ਜਿਉਣ ਦਾ ਯਤਨ ਕਰਨਾ ਹੈ। ਇਸ ਲਈ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣਾ ਕੀਤਾ ਹੈ ਕਿ ਆਪਣੀ ਗੱਲ ਨੂੰ ਬੰਨ੍ਹਣਾ ਔਰ ਆਪਣੇ ਮਨ ਨੂੰ ਵੀ ਬੰਨ੍ਹਣਾ ਹੈ।
ਆਪਣੇ ਵਿਚਾਰਾਂ ਨੂੰ ਵੀ ਬੰਨਣ ਦੇ ਵਿੱਚ ਰੱਖਣਾ ਹੈ। ਔਰ ਇੱਥੋਂ ਤੱਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ ਕਿ ਜੋ ਅਸੀਂ ਸਿਮਰਨ ਕਰਦੇ ਆ, ਬੰਦਗੀ ਕਰਦੇ ਆ, ਜਾਪ ਕਰਦੇ ਆ, ਬਾਣੀ ਪੜ੍ਹਦੇ ਆ, ਉਸ ਨੂੰ ਵੀ ਇੱਕ ਬੰਨਣ ਦੇ ਵਿੱਚ ਰੱਖਣਾ ਹੈ, ਉਸ ਨੂੰ ਵੀ ਇੱਕ ਸੰਪਟ ਕਰਨਾ ਹੈ। ਤੇ ਆਪ ਜੀ ਜਾਣਦੇ ਹੋ, ਕੋਈ ਵੀ ਜਗਿਆਸੂ, ਕੋਈ ਸੰਸਾਰੀ, ਕੋਈ ਧਨ ਪਦਾਰਥ ਬੰਨ ਕੇ ਰੱਖਦਾ ਜਿਹਦੇ ਕੋਲ ਖਜ਼ਾਨਾ ਹੈ, ਪਦਾਰਥ ਨੇ, ਧਨ ਹੈ, ਤੇ ਜਦ ਵੀ ਜੀ ਚਾਹੇ, ਜਿੱਥੇ ਚਾਹੇ, ਜਦ ਲੋੜ ਪਵੇ, ਇਕੱਤਰ ਕੀਤੇ ਹੋਏ ਧਨ ਨੂੰ, ਉਸ ਧਨ ਨੂੰ ਆਪਣੇ ਖਰਚ ਕਰ ਸਕਦਾ ਹੈ, ਆਪਣੇ ਜੀਵਨ ਦੀਆਂ ਲੋੜਾਂ ਨੂੰ ਪੂਰੀਆਂ ਕਰ ਸਕਦਾ ਹੈ। ਇਸੇ ਤਰ੍ਹਾਂ ਗੁਰਦੇਵ ਪਾਤਸ਼ਾਹ ਨੇ ਸਾਨੂੰ ਇਹ ਜਿਹੜਾ ਸ਼ਬਦ ਸਿਮਰੀ ਹੈ ਨਾ, ਇਹ ਬਿੰਦੀ ਦੇ ਸਹਿਤ ਉਚਾਰਨ ਕਰਨਾ ਹੈ। ਇਹਦਾ ਮਤਲਬ ਹੈ ਕਿ ਮੈਂ ਸਿਮਰਾਂ। ਅਰਦਾਸ ਹੈ ਨਾ ਗੁਰੂ ਚਰਨਾਂ ਵਿੱਚ ਕਿ ਐ ਮੇਰੇ ਮਾਲਿਕ, ਮੇਰੇ ਪ੍ਰਭੂ, ਮੈਂ ਸਿਮਰਾਂ ਤੇਰੇ ਨਾਮ ਨੂੰ, ਸਿਮਰਾਂ ਤੇਰੀ ਉਸਤਤ ਕਰਾਂ। ਕਿਉਂਕਿ ਜਦੋਂ ਸਾਡੇ ਕੋਲ ਧਨ ਦਾ ਖਜ਼ਾਨਾ ਹੈ, ਸਾਡੇ ਕੋਲ ਧਨ ਇਕੱਤਰ ਕੀਤਾ ਹੋਇਆ ਹੈ, ਤੇ ਉਹ ਧਨ ਇਕੱਤਰ ਕੀਤਾ ਹੋਇਆ ਹਰ ਸਮੇਂ ਤੇ ਹਰ ਜਗ੍ਹਾ ਦੇ ਉੱਤੇ ਸਾਡੀ ਸਹਾਇਤਾ ਕਰੇਗਾ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਵੀ ਅਨੇਕਾਂ ਐਸੇ ਪਾਵਨ ਬਚਨ ਸਾਨੂੰ ਬਖਸ਼ਿਸ਼ ਕੀਤੇ ਨੇ ਕਿ ਜਿੱਥੇ ਕੋਈ ਸਹਾਇਕ ਨਹੀਂ ਬਣ ਸਕਦਾ ਹੈ, ਉੱਥੇ ਪ੍ਰਮਾਤਮਾ ਦੇ ਨਾਮ ਨੇ ਤੇਰੀ ਸਹਾਇਤਾ ਕਰਨੀ ਹੈ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਹਰ ਕਾ ਨਾਮ ਊਹਾਂ ਸੰਗ ਸਹਾਈ। ਹਰੀ ਪ੍ਰਮਾਤਮਾ ਦਾ ਨਾਮ ਉੱਥੇ ਤੇਰੀ ਸਹਾਇਤਾ ਕਰੇਗਾ। ਇਸ ਲਈ ਜਦੋਂ ਅਸੀਂ ਜਾਗ ਲਾਉਨੇ ਆ, ਮੇਰੀਆਂ ਬੱਚੀਆਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ, ਜਦੋਂ ਕੋਈ ਸੁਆਣੀ, ਜਦੋਂ ਕੋਈ ਭੈਣ ਜਾਗ ਲਾਉਂਦੀ ਹੈ ਨਾ, ਤੇ ਜਾਗ ਲਾ ਕੇ ਇੱਕ ਗੱਲ ਹੈ, ਉਹ ਨਿਸ਼ਚਿੰਤ ਹੋ ਜਾਂਦੀ ਹੈ। ਉਸ ਨੂੰ ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ ਕਿ ਮੈਂ ਇਹ ਦੁੱਧ ਨੂੰ ਜਾਗ ਲਾ ਦਿੱਤੀ ਹੈ, ਜੰਮੇਗਾ ਕਿ ਨਹੀਂ ਜੰਮੇਗਾ, ਇਹਦੇ ਵਿੱਚੋਂ ਮੱਖਣ ਨਿਕਲੇਗਾ ਕਿ ਨਹੀਂ ਨਿਕਲੇਗਾ, ਕਿਉਂਕਿ ਉਸਨੇ ਭਾਂਡੇ ਨੂੰ ਸਾਫ਼ ਕਰਕੇ ਵਿਧੀ ਦੇ ਅਨੁਸਾਰ ਦੁੱਧ ਨੂੰ ਜਾਗ ਲਾ ਦਿੱਤੀ ਹੈ। ਤੇ 8 ਘੰਟੇ ਉਸ ਨੂੰ ਨਿਸ਼ਚਿੰਤਤਾ ਵਿੱਚ ਬਤੀਤ ਹੁੰਦੇ ਨੇ, ਤੇ ਇਹ ਦੁੱਧ ਨੇ ਜੰਮ ਜਾਣਾ ਹੈ, ਤੇ ਮੈਨੂੰ ਇਹਦੇ ਵਿੱਚੋਂ ਤੱਤ ਪ੍ਰਾਪਤ ਹੋ ਜਾਣਾ ਹੈ। ਸਿੱਖਾਂ, ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਜਦ ਸਿਮਰਨ ਕਰਦਾ ਹੈ, ਬਾਣੀ ਪੜ੍ਹਦਾ ਹੈ, ਭਗਤੀ ਕਰਦਾ ਹੈ, ਸੰਗਤ ਕਰਦਾ ਹੈ, ਤੇ ਉਹਦੇ ਵਿੱਚ ਨਿਸ਼ਚਿੰਤਤਾ ਜ਼ਰੂਰੀ ਹੈ, ਉਹਦੇ ਵਿੱਚ ਬੇਫਿਕਰੀ ਜ਼ਰੂਰੀ ਹੈ ਕਿ ਜੋ ਮੈਂ ਪ੍ਰਮਾਤਮਾ ਦਾ ਨਾਮ ਜਪਿਆ, ਇਸ ਦਾ ਫਲ ਮੈਨੂੰ ਅਵਸ਼ਮੇਵ ਮਿਲਣਾ ਹੈ। ਕਿਉਂਕਿ ਸਾਹਿਬ ਕਹਿੰਦੇ ਨੇ, ਇੱਕ ਤਿਲ ਨਹੀਂ ਭੰਨੈ ਘਾਲੇ, ਇੱਕ ਤਿਲ ਮਾਤਰ ਦਾ ਉਚਾਰਨ ਕੀਤੀ ਸੇਵਾ, ਉਚਾਰਨ ਕੀਤਾ ਨਾਮ, ਉਹ ਗੁਰੂ ਸਾਡਾ ਅਜਾਈ ਨਹੀਂ ਜਾਣ ਦਿੰਦਾ। ਇੱਕ ਵਾਰੀ ਵੀ ਰਸਨਾ ਵਿੱਚੋਂ ਵਾਹਿਗੁਰੂ ਅੱਲਾ ਗੋਡ ਨਿਕਲ ਗਿਆ ਨਾ, ਤੇ ਉਸ ਇੱਕ ਨਾਮ ਦੇ ਇੱਕ ਵਾਰੀ ਉਚਾਰਨ ਕਰਨ ਦੇ ਨਾਲ ਵੀ ਸਾਡਾ ਜੀਵਨ ਧਨਤਾ ਦੇ ਯੋਗ ਹੋ ਜਾਣਾ ਹੈ। ਇਹ ਮੈਂ ਨਹੀਂ ਕਹਿੰਦਾ, ਸਾਹਿਬ ਕਹਿੰਦੇ ਨੇ, ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇਕਾਗਰ ਚਿੱਤ ਹੋ ਕੇ, ਨਿਸ਼ਚਿੰਤ ਹੋ ਕੇ ਜਾਗ ਲਾਉਣੀ ਹੈ ਤੇ ਨਿਸ਼ਚਿੰਤ ਹੋ ਜਾਣਾ ਹੈ। ਅਸੀਂ ਨਿਸ਼ਚਿੰਤ ਹੋ ਕੇ, ਬੇਫਿਕਰ ਹੋ ਕੇ ਪ੍ਰਮਾਤਮਾ ਦਾ ਨਾਮ ਜਪਣਾ, ਬੰਦਗੀ ਕਰਨੀ ਹੈ, ਤੇ ਮਾਲਕ ਨੇ ਫਲ ਅਵਸ਼ ਦੇਣਾ ਹੈ, ਕਿਉਂਕਿ ਫਲ ਅਵਸ਼ ਮਿਲਦਾ ਹੈ। ਇਸ ਕਰਕੇ ਜਦੋਂ ਸਾਨੂੰ ਨਿਸ਼ਚਿੰਤਤਾ ਹੋ ਜਾਂਦੀ ਹੈ, ਤੇ ਕੀਤੀ ਹੋਈ ਭਗਤੀ, ਕੀਤੀ ਹੋਈ ਸੰਗਤ, ਕੀਤੀ ਹੋਈ ਸੇਵਾ ਤੇ ਸਿਮਰਨ ਜਿਹੜਾ ਹੈ ਨਾ, ਉਹਦਾ ਅਵਸ਼ਮੇਵ ਸਾਨੂੰ ਫਲ ਪ੍ਰਾਪਤ ਹੁੰਦਾ ਹੈ। ਇਸ ਲਈ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਨੇਕਾਂ ਬਾਣੀ ਵਿੱਚ ਸਾਨੂੰ ਸਿਧਾਂਤਕ ਬਖਸ਼ਿਸ਼ਾਂ ਕੀਤੀਆਂ ਨੇ। ਵਾਸਤਵ ਦੇ ਵਿੱਚ ਪਰਮਾਤਮਾ ਨੂੰ ਮਿਲਣ ਦਾ ਜਿਹੜਾ ਤਰੀਕਾ ਹੈ ਨਾ, ਇਹਦੇ ਤੇ ਬੜੀ ਵਿਚਾਰ ਕੀਤੀ, ਬੜੇ ਲੈਕਚਰ ਹੋਏ, ਬੜੀਆਂ ਕਿਤਾਬਾਂ ਲਿਖੀਆਂ ਗਈਆਂ ਨੇ। ਜਿੱਥੋਂ ਵਿਦਾਂਤ ਸ਼ੁਰੂ ਹੁੰਦਾ ਹੈ ਨਾ, ਉੱਥੇ ਪਹਿਲਾ ਸ਼ਬਦ ਅਥਾਤੋ ਬ੍ਰਹਮ ਜਗਿਆਸਾ, ਭਾਵ ਕਿ ਬ੍ਰਹਮ ਨੂੰ ਜਾਣਨ ਦੀ ਜਗਿਆਸਾ, ਕਿ ਬ੍ਰਹਮ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ।
ਇਹਦਾ ਕੋਈ ਫੰਡਾਮੈਂਟਲ ਤੇ ਹੈ ਨਹੀਂ, ਇਹਦਾ ਕੋਈ ਢੰਗ ਤਰੀਕਾ ਤੇ ਕਥਨ ਨਹੀਂ ਕੀਤਾ ਵੀ ਇਸ ਤਰ੍ਹਾਂ ਜਪਿਆ ਜਾ ਸਕਦਾ। ਇਹਦੀ ਕੋਈ ਸ਼ਰਤ ਨਹੀਂ ਹੈ, ਨਾ ਇਹ ਕਿਹਾ ਕਿ ਅਮੀਰ ਜਪ ਸਕਦਾ ਹੈ ਜਾਂ ਗਰੀਬ ਨਹੀਂ ਜਪ ਸਕਦਾ, ਖੱਤਰੀ ਜਪ ਸਕਦਾ, ਸ਼ੂਦਰ ਨਹੀਂ ਜਪ ਸਕਦਾ, ਕੋਈ ਵੀ ਜਪ ਸਕਦਾ ਹੈ। ਜੋ ਪ੍ਰਾਣੀ ਗੋਬਿੰਦ ਧਿਆਵੈ, ਪੜਿਆ ਅਨਪੜਿਆ ਪਰਮਗਤ ਪਾਵੈ। ਜਿਹੜਾ ਵੀ ਪ੍ਰਾਣੀ, ਇੱਥੇ ਸਤਿਗੁਰਾਂ ਨੇ ਸ਼ਬਦ ਕਿਹਾ ਜੋ ਪ੍ਰਾਣੀ, ਜਿਹੜਾ ਪ੍ਰਾਣੀ, ਜਿਹੜਾ ਮਨੁੱਖ, ਜਿਹੜਾ ਜੀਵ ਗੋਬਿੰਦ ਪਰਮੇਸ਼ਰ ਨੂੰ ਧਿਆਉਂਦਾ। ਗੋਬਿੰਦ ਪਰਮਾਤਮਾ ਦਾ ਨਾਮ ਹੈ, ਕਿਉਂਕਿ ਅਨੇਕਾਂ ਨਾਮ ਨੇ ਪਰਮਾਤਮਾ ਦੇ। ਕਿਸੇ ਨਾਮ ਦੇ ਨਾਲ ਯਾਦ ਕਰ ਲਓ ਤੇ ਉਹ ਪਰਮਾਤਮਾ ਸਾਖਸ਼ਾਤ ਹੋ ਜਾਂਦਾ। ਇਸ ਦੇ ਵਿੱਚ ਕੋਈ ਲੁਕੀ ਛੁਪੀ ਗੱਲ ਨਹੀਂ। ਵਾਸਤਵ ਦੇ ਵਿੱਚ ਸਾਡੇ ਮਨ ਵਿੱਚ ਸ਼ੰਕਾ ਨਿਕਲ ਜਾਏ, ਸਾਡੇ ਮਨ ਵਿੱਚੋਂ ਦੁਆਇਤ ਨਿਕਲ ਜਾਏ, ਸਾਡੇ ਮਨ ਵਿੱਚੋਂ ਭੁਲੇਖਾ ਨਿਕਲ ਜਾਏ। ਭੁਲੇਖੇ ਦੇ ਕਾਰਨ ਹੀ ਅਸੀਂ ਮਾਲਕ ਤੋਂ ਦੂਰ ਹੋ ਜਾਂਦੇ ਹਾਂ। ਇਸ ਕਰਕੇ ਕਿਉਂਕਿ ਪਰਮਾਤਮਾ ਇੱਕ ਹੈ, ਆਤਮਾ ਇੱਕ ਹੈ। ਆਤਮਾ ਨੇ ਹਮੇਸ਼ਾ ਰਹਿਣਾ, ਪਰਮਾਤਮਾ ਨੇ ਹਮੇਸ਼ਾ ਰਹਿਣਾ। ਤੁਸੀਂ ਆਪਣੇ ਕੱਪੜੇ ਬਦਲ ਸਕਦੇ ਹੋ, ਤੁਸੀਂ ਸ਼ਹਿਰ ਬਦਲ ਸਕਦੇ ਹੋ, ਤੁਸੀਂ ਆਪਣਾ ਦੇਸ਼ ਬਦਲ ਸਕਦੇ ਹੋ, ਇੱਥੋਂ ਤੱਕ ਕਿ ਸਰੀਰ ਵੀ ਬਦਲ ਸਕਦੇ ਹੋ। ਸਾਇੰਸ ਨੇ ਤਰੱਕੀ ਕੀਤੀ ਹੈ, ਸਰਜਰੀ ਹੋ ਜਾਂਦੀ ਹੈ, ਚਿਹਰੇ ਦੀ ਤਬਦੀਲੀ ਕੀਤੀ ਜਾਂਦੀ ਹੈ, ਤਾਂ ਸਰੀਰ ਤਬਦੀਲ ਹੋ ਸਕਦਾ ਹੈ, ਦੇਸ਼ ਤਬਦੀਲ ਹੋ ਸਕਦਾ ਹੈ, ਪਰ ਪਰਮਾਤਮਾ ਨਹੀਂ ਤਬਦੀਲ ਹੋ ਸਕਦਾ, ਆਤਮਾ ਨਹੀਂ ਤਬਦੀਲ ਹੋ ਸਕਦੀ। ਆਤਮਾ ਹਮੇਸ਼ਾ ਇੱਕ ਰਹਿਣੀ ਹੈ, ਪਰਮਾਤਮਾ ਹਮੇਸ਼ਾ ਇੱਕ ਰਹਿਣਾ ਹੈ। ਤੁਸੀਂ ਇਹ ਨੇਤਰ ਬਦਲ ਸਕਦੇ ਹੋ, ਬਦਲਦੇ ਨੇ ਲੋਕ, ਪਰ ਇਹ ਜਿਹੜਾ ਚਾਨਣ ਹੈ ਨਾ, ਪ੍ਰਕਾਸ਼, ਇਹ ਨਹੀਂ ਬਦਲ ਸਕਦੇ। ਚਾਨਣ ਉਹੀ ਆਉਣਾ ਜਿਹੜਾ ਮਗਰੋਂ ਹੈ। ਇਸ ਕਰਕੇ ਜਦੋਂ ਜੀਵਨ ਅਸੀਂ ਬੰਨਣ ਵਿੱਚ ਪਾ ਲਵਾਂਗੇ ਨਾ, ਬੰਨ ਲਵਾਂਗੇ, ਤੇ ਫਿਰ ਮਾਲਕ ਹਰ ਜਗ੍ਹਾ ਦੇ ਉੱਤੇ ਸਾਡੇ ਤੇ ਰਹਿਮਤ ਕਰੇਗਾ, ਬਖਸ਼ਿਸ਼ ਕਰੇਗਾ। ਫਿਰ ਆਤਮਿਕ ਜੀਵਨ ਦੇ ਵਿੱਚ ਸਾਨੂੰ ਰਸ ਪ੍ਰਾਪਤ ਹੋਵੇਗਾ। ਰਸ ਪ੍ਰਾਪਤ ਹੋਵੇਗਾ ਕਿਵੇਂ? ਇਹ ਸਾਹਿਬ ਜੀ ਸਾਨੂੰ ਦਰਸਾ ਰਹੇ ਨੇ, ਇਹ ਪਾਵਨ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਆਪ ਜੀ ਨੇ ਪੰਗਤੀ ਸਰਵਣ ਕੀਤੀ ਹੈ, ਹਰ ਜੀਓ ਤੁਧ ਨੂੰ ਸਦਾ ਸਲਾਹੀ, ਹੇ ਹਰੀ ਜੀਓ, ਹੇ ਵਾਹਿਗੁਰੂ, ਹੇ ਪਰਮਾਤਮਾ, ਤੁਧ ਨੂੰ, ਤੁਹਾਨੂੰ ਸਦਾ ਸਲਾਹੀ, ਮੈਂ ਸਦਾ ਸਲਾਹਾਂ, ਮੈਂ ਹਮੇਸ਼ਾ ਤੁਹਾਡੀ ਉਸਤਤੀ ਕਰਾਂ, ਮੈਂ ਹਮੇਸ਼ਾ ਬੰਦਗੀ ਕਰਾਂ। ਇਹ ਸ਼ਰਤ ਨਹੀਂ ਰੱਖੀ, ਇਹ ਬੰਧਨ, ਇਹ ਸ਼ਰਤ ਰੱਖ ਕੇ ਨਹੀਂ ਕਿ ਮੈਂ 40 ਦਿਨ ਬੰਦਨਾ ਕਰਨੀ, 40 ਦਿਨ ਗੁਰਦੁਆਰੇ ਜਾਣਾ ਹੈ, ਮੈਂ 40 ਦਿਨ ਝਾੜੂ ਦੇਣਾ ਹੈ, ਮੈਂ 40 ਦਿਨ ਸਿਮਰਨ ਕਰਨਾ। ਸਾਡੀਆਂ ਇਸ ਤਰ੍ਹਾਂ ਸ਼ਰਤਾਂ ਲੱਗ ਜਾਂਦੀਆਂ ਗੁਰੂ ਨਾਲ। ਅਸੀਂ ਗੁਰੂ ਦੇ ਨਾਲ ਵੀ ਸੌਦਾਬਾਜ਼ੀ ਕਰ ਲੈਂਦੇ ਹਾਂ ਕਿ ਮੈਨੂੰ ਤੰਦਰੁਸਤੀ ਮਿਲ ਜਾਏ, ਪੁੱਤਰ ਮਿਲ ਜਾਏ, ਨੌਕਰੀ ਮਿਲ ਜਾਏ, ਧਨ ਪਦਾਰਥ ਮਿਲ ਜਾਏ, ਤੇ ਮੈਂ 40 ਦਿਨ ਤੇਰੇ ਅਸਥਾਨ ਤੇ ਆ ਕੇ ਹਾਜ਼ਰੀ ਭਰਨੀ ਹੈ। 41 ਦਿਨ ਰਿਸ਼ਤਾ ਟੁੱਟ ਜਾਂਦਾ ਹੈ, ਕਿਉਂਕਿ ਉਹ ਰਿਸ਼ਤਾ ਜਿਹੜਾ ਨਾ ਸਾਡੀ ਉਹ ਲੈਣ ਦੇਣ ਤੇ ਵਜੇ ਬਣਿਆ ਹੋਇਆ ਹੈ। ਤੇ ਇੱਥੇ ਗੁਰਦੇਵ ਪਾਤਸ਼ਾਹ ਕਹਿੰਦੇ ਕਿੰਨਾ ਚਿਰ ਜਪਣਾ ਸਲਾਹੀ, ਐ ਮੇਰੇ ਮਾਲਕ ਮੈਂ ਤੈਨੂੰ ਹਮੇਸ਼ਾ ਸਲਾਹੀ ਸਲਾਉਂਦਾ ਰਵਾਂ। ਮੇਰੇ ਪਿਆਰੇ, ਕਿੰਨੇ ਪਿਆਰ ਵੀ ਸਤਿਗੁਰੂ ਪਾਤਸ਼ਾਹ ਗੁਰੂ ਅਮਰਦਾਸ ਜੀ ਕਹਿੰਦੇ ਨੇ। ਦਰਅਸਲ ਅਸੀਂ ਜਦੋਂ ਸ਼ਬਦ ਪੜ੍ਹਦੇ ਹਾਂ ਨਾ, ਬਾਣੀ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਇੱਕ ਗੱਲ ਖਿਆਲ ਵਿੱਚ ਰੱਖਣੀ ਹੈ ਕਿ ਅਸੀਂ ਪਿਆਰ ਨਾਲ ਬਾਣੀ ਪੜ੍ਹਨੀ ਹੈ, ਆੜ ਨਹੀਂ ਪੂਰਾ ਕਰਨਾ। ਇਹ ਨਹੀਂ ਕਿ 5 ਬਾਣੀਆਂ ਪੜ੍ਹਨੀਆਂ ਤੇ ਅੱਧੇ ਘੰਟੇ ਵਿੱਚ ਜਾਂ 20 ਮਿੰਟਾਂ ਵਿੱਚ ਪੂਰੀਆਂ ਹੋ ਜਾਣ। ਸੁਖਮਨੀ ਸਾਹਿਬ ਦਾ ਪਾਠ ਕਰਨਾ ਤੇ ਮਿੰਟ 20 ਲਾਉਣੇ ਨੇ, ਨਹੀਂ। ਜਿੰਨਾ ਪਿਆਰ ਨਾਲ ਪੜੋਗੇ ਉਨੀ ਪ੍ਰਭੂ ਦੀ, ਪਰਮਾਤਮਾ ਦੀ ਬਖਸ਼ਿਸ਼ ਹੋਏਗੀ। ਕਿਉਂਕਿ ਤਾਂ ਸਾਹਿਬ ਜੀ ਪੜ੍ਹਦੇ ਹੋ, ਜਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜੇ ਪ੍ਰਭੂ ਨਾਲ ਪਿਆਰ ਕਰੀਏ ਤੇ ਪ੍ਰਭੂ ਵੀ ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਮੇਰੇ ਪਿਆਰੇ, ਐ ਮੇਰੇ ਪਿਆਰੇ, ਜਿਚਰ ਘਟ ਅੰਤਰ ਹੈ ਸਾਸਾ, ਮੈਂ ਉਹਨਾਂ ਚਿਰ ਤੇਰੀ ਸਿਫਤੋ ਸਲਾਹ ਕਰਦਾ ਰਵਾਂ, ਮੈਂ ਉਹਨਾਂ ਚਿਰ ਤੇਰੀ ਬੰਦਗੀ ਕਰਦਾ ਰਵਾਂ
ਜਿੰਨਾ ਚਿਰ ਮੇਰੇ ਅੰਦਰ ਸਵਾਸ ਚੱਲਦੇ ਨੇ, ਜਿੰਨਾ ਚਿਰ ਮੇਰੇ ਅੰਦਰ ਸਵਾਸ ਨੇ। ਇਸ ਲਈ ਤੇ ਸਾਹਿਬ ਕਹਿੰਦੇ ਨੇ ਸਾਸ ਸਾਸ ਸਿਮਰੋ ਗੋਬਿੰਦ। ਐ ਭਲਿਆ ਸਵਾਸ ਸਵਾਸ ਕਰਕੇ ਗੋਬਿੰਦ ਪਰਮਾਤਮਾ ਨੂੰ ਸਿਮਰਨ। ਹੁਣ ਕੋਈ ਪ੍ਰਸ਼ਨ ਕਰ ਦੇਵੇ ਭਈ ਸਵਾਸ ਸਵਾਸ ਕਿਵੇਂ ਸਿਮਰਨ ਹੋ ਸਕਦਾ ਹੈ? ਰਾਤ ਨੂੰ ਸੁੱਤੇ ਆ, ਕੰਮ ਧੰਦੇ ਵਿੱਚ ਆ, ਕੰਮ ਕਰਨਾ ਹੈ, ਪਰਿਵਾਰ ਦੇ ਵਿੱਚ ਆ, ਗ੍ਰਸਤ ਦੇ ਵਿੱਚ ਆ, ਸਵਾਸ ਸਵਾਸ ਕਿਵੇਂ ਹੋ ਸਕਦਾ ਹੈ? ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਵੱਡਾ ਮਹਾਤਮ ਹੈ, ਸਮਾਂ ਨੇ ਉਸ ਦਾ ਖੁਲਾਸਾ ਕਰੀਏ। ਅੰਮ੍ਰਿਤ ਵੇਲੇ ਉੱਠਦਿਆਂ ਸਾਰ ਅਜੇ ਕੋਈ ਦਾਤਨ ਕੁਰਲਾ ਨਹੀਂ ਕੀਤਾ, ਅਜੇ ਇਸ਼ਨਾਨ ਨਹੀਂ ਕੀਤਾ, ਅਜੇ ਤੇ ਆਪਾਂ ਉੱਠੇ ਹੀ ਆਪਣੇ ਬੈੱਡ ਤੋਂ, ਪਲੰਗੇ ਤੋਂ, ਜਿੱਥੇ ਵੀ ਆਪਾਂ ਆਰਾਮ ਕਰਦੇ। ਪਤਾ ਸਾਹਿਬ ਕੀ ਕਹਿੰਦੇ ਨੇ? ਅੰਤਰ ਗੁਰ ਆਰਾਧਨਾ। ਉਦੋਂ ਹੀ ਆਪਣੇ ਅੰਤਰ ਆਤਮਾ ਦੇ ਵਿੱਚ, ਅੰਤਸ਼ਕਰਨ ਦੇ ਵਿੱਚ, ਅੰਤਸ਼ਕਰਨ ਤੋਂ ਭਾਵ ਆਪਣੇ ਮਨ ਦੇ ਵਿੱਚ, ਆਪਣੇ ਮਨ ਵਿੱਚ ਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਾਂ ਜੋ ਵੀ ਤੁਸੀਂ ਕਹਿਣਾ, ਰਾਮ ਕਹੋ, ਅੱਲਾ ਕਹੋ, ਗੋਡ ਕਹੋ, ਕੋਈ ਇਤਰਾਜ਼ ਨਹੀਂ, ਸਾਰੇ ਪਰਮਾਤਮਾ ਦੇ ਨਾਮ ਨੇ। ਇਹ ਤਾਂ ਕਿਰਤਮ ਨਾਮ ਕਥੇ ਤੇਰੇ ਜੇਬਾ। ਉੱਠਦਿਆਂ ਸਾਰ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿਓ। ਫਿਰ ਦਿਨਚਰਿਆ ਜੀਵਨ ਦੀਆਂ ਜਿਤਨੀਆਂ ਵੀ ਸਾਡੇ ਕਾਰੋਬਾਰ ਨੇ, ਕਾਰੋਬਾਰ ਸ਼ੁਰੂ ਕਰਦਿਆਂ ਅਸੀਂ ਪਹਿਲੋਂ ਅੰਮ੍ਰਿਤ ਵੇਲੇ ਉੱਠਣਾ, ਜਪਣਾ ਹੈ, ਇਸ਼ਨਾਨ ਕਰਕੇ ਨਿਤਨੇਮ ਕਰਨਾ ਹੈ, ਫਿਰ ਗੁਰੂ ਘਰ ਵਿੱਚ ਆ ਕੇ ਹਾਜ਼ਰੀ ਭਰਨੀ, ਤੇ ਸ਼ਾਮ ਨੂੰ ਰਾਤ ਨੂੰ ਸੌਣ ਲੱਗਿਆਂ ਸੋਹਲੇ ਦੀ ਬਾਣੀ ਪੜ੍ਹਨੀ ਹੈ। ਇਹ ਤੁਸੀਂ ਪ੍ਰੈਕਟੀਕਲ ਕਰਕੇ ਵੇਖੋ, ਕੇਵਲ ਕਹਿਣ ਤੇ ਸੁਣਨ ਦੀ ਗੱਲ ਨਹੀਂ। ਜੀਵਨ ਸਿੱਖ ਦਾ ਪ੍ਰੈਕਟੀਕਲ ਹੋਣਾ ਚਾਹੀਦਾ ਹੈ। ਸਿੱਖ ਦੇ ਜੀਵਨ ਵਿੱਚ ਦਿਖਾਵਾ ਨਹੀਂ ਹੋਣਾ ਚਾਹੀਦਾ, ਮੁਲੰਮਾ ਨਹੀਂ ਹੋਣਾ ਚਾਹੀਦਾ। ਜਦੋਂ ਪ੍ਰੈਕਟੀਕਲ ਜੀਵਨ ਹੋਵੇਗਾ ਨਾ, ਤੁਸੀਂ ਰਾਤ ਨੂੰ ਸੋਹਲੇ ਦਾ ਪਾਠ ਕਰਕੇ, ਛੋਟੀ ਅਰਦਾਸ ਕਰਕੇ ਸੌਵੋਗੇ, ਉੱਠਦਿਆਂ ਸਾਰ ਪ੍ਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿਓਗੇ, ਕਿਰਤ ਕਰਦਿਆਂ ਨਾਮ ਜਪੋਗੇ, ਤੁਰਦਿਆਂ ਫਿਰਦਿਆਂ ਨਾਮ ਜਪੋਗੇ, ਤੇ ਹਰ ਇੱਕ ਸਵਾਸ ਤੁਹਾਡਾ ਸਿਮਰਨ ਦੇ ਨਾਲ ਜੁੜ ਜਾਏਗਾ, ਅਲੋਧ ਹੋ ਜਾਏਗਾ। ਇਉਂ ਸਵਾਸ ਸਵਾਸ ਕਰਕੇ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਜਾ ਸਕਦਾ ਹੈ। ਇਕ ਪਲ ਖਿਨ ਵਿਸਰਹਿ ਤੂੰ ਸੁਆਮੀ, ਜਾਣੋ ਬਰਸ 50। ਪਾਤਸ਼ਾਹ ਕਹਿੰਦੇ ਸਿੱਖਾ, ਤੂੰ ਸਵਾਸ ਸਵਾਸ ਸਿਮਰਨ ਕਰਨ ਦੀ ਕਿਉਂ ਮੰਗ ਕਰਦਾ ਹੈ? ਕਹਿੰਦਾ ਮੈਂ ਕਿ ਸਵਾਸ ਸਵਾਸ ਕਰਕੇ ਤੇਰਾ ਸਿਮਰਨ ਕਰਾਂ, ਉਸਤਤੀ ਕਰਾਂ, ਬੰਦਗੀ ਕਰਾਂ। ਤੇ ਜਗਿਆਸੂ ਕਹਿੰਦਾ, ਸਿੱਖ ਕਹਿੰਦਾ, ਪਾਤਸ਼ਾਹ ਇੱਕ ਖਿਨ ਪਲ ਵਿਸਰੈ ਤੂੰ ਸੁਆਮੀ। ਐ ਮੇਰੇ ਮਾਲਕ, ਐ ਮੇਰੇ ਸੁਆਮੀ, ਜੇਕਰ ਤੂੰ ਇੱਕ ਖਿਨ ਪਲ ਮਾਤਰ, ਇੱਕ ਛਿਨ, ਅੱਖ ਦੇ ਝਮਕਣ ਜਿੰਨਾ ਸਮੇਂ ਤੋਂ ਵੀ ਘੱਟ, ਇੱਕ ਖਿਨ ਕਹਿੰਦੇ ਜਦੋਂ ਇਹ ਬੇਰੀ ਦਾ ਪੱਤਾ ਹੁੰਦਾ ਨਾ, ਇਹਦੇ ਵਿੱਚ ਸੂਈ ਦਾ ਨੱਕਾ ਨਗਾਈਏ ਤੇ ਕਿੰਨਾ ਸਮਾਂ ਲੱਗਦਾ, ਉਹ ਇੱਕ ਖਿਨ ਹੁੰਦਾ ਹੈ। ਇਹ ਗਿਣਤੀ ਆ ਸਮੇਂ ਦੀ, ਖਿਨ ਤੋਂ ਸਮੇਂ ਦੀ ਗਿਣਤੀ ਸ਼ੁਰੂ ਹੁੰਦੀ ਹੈ। ਇੰਨਾ ਘੱਟ ਸਮਾਂ, ਸੂਖਮ ਸਮਾਂ ਵੀ ਕਹਿੰਦੇ ਪਾਤਸ਼ਾਹ ਜੇ ਤੂੰ ਮੇਰੇ ਤੋਂ ਵਿਸਰ ਜਾਏ ਨਾ, ਇੱਕ ਖਿਨ ਪਲ ਵਿਸਰੈ ਤੂੰ ਸੁਆਮੀ, ਆਏ ਮੇਰੇ ਮਾਲਕ, ਜੇ ਤੂੰ ਮੈਨੂੰ ਇੱਕ ਖਿਨ ਮਾਤਰ, ਪਲ ਮਾਤਰ, ਘੜੀ ਮਾਤਰ ਵਿਸਰ ਜਾਏ। ਆਪ ਜੀ ਪੜ੍ਹਦੇ ਹੋ ਨਾ ਗੁਰੂ ਕੇ ਬਚਨ, ਇੱਕ ਘੜੀ ਨ ਮਿਲਤੇ ਤਾਂ ਕਲ ਜੁਗ ਹੋਤਾ, ਹੁਣ ਕਦ ਮਿਲਿਆ ਪ੍ਰੈ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੈ, ਨੀਂਦ ਨ ਆਵੈ, ਬਿਨ ਦੇਖੇ ਗੁਰ ਦਰਬਾਰੇ ਜੀਓ। ਇੱਕ ਘੜੀ, ਪਲ, ਖਿਨ, ਐ ਮੇਰੇ ਮਾਲਕ ਜੇ ਤੂੰ ਮੈਨੂੰ ਭੁੱਲ ਜਾਏ ਤੇ ਜਾਣੋ ਬਰਸ 50। ਮੈਂ ਉਸ ਨੂੰ 50 ਸਾਲ ਸਮੇਂ ਸਮਝਦਾ। 50 ਸਾਲ ਸਮੇਂ ਦੇ ਤੁਲ ਮੈਨੂੰ ਬਤੀਤ ਹੁੰਦਾ ਹੈ। 50 ਸਾਲ ਦਾ ਸਮਾਂ ਐਉਂ ਮੈਨੂੰ ਬਤੀਤ ਹੁੰਦਾ ਜੇ ਇੱਕ ਖਿਨ ਮਾਤਰ ਤੂੰ ਮੈਨੂੰ ਭੁੱਲ ਜਾਏ। ਭਾਵ ਕਿ ਪਰਮਾਤਮਾ ਦੀ ਯਾਦ ਵਿੱਚ ਇੱਕ ਪਲ ਵੀ ਵਿਛੋੜਾ ਪੈ ਜਾਏ ਤੇ 50 ਸਾਲ ਦੇ ਸਮੇਂ ਜਿੰਨਾ ਮੈਨੂੰ ਭਾਸਦਾ ਹੈ। ਜਬ ਲਗ ਤਾਗਾ ਬਾਹੋਂ ਬੇਹੀ
ਤਬ ਲਗ ਬਿਸਰੈ ਰਾਮ ਸਨੇਹੀ। ਭਗਤ ਕਬੀਰ ਜੀ ਕਹਿੰਦੇ ਨੇ ਕਿਵੇਂ ਜਦੋਂ ਨਲਕੀ ਵਿੱਚ ਧਾਗਾ ਪਾਉਣਾ ਨਾ, ਖੱਡੀ ਬੁਣਦੇ ਆ ਤੇ ਸਾਹ ਖਿੱਚ ਕੇ ਪਾਉਣਾ ਪੈਂਦਾ ਹੈ। ਕਹਿੰਦਾ ਮੈਨੂੰ ਮੇਰੇ ਪ੍ਰਾਣਾਂ ਦਾ ਸਨੇਹੀ, ਮੇਰਾ ਮਿੱਤਰ, ਮੇਰਾ ਪਿਆਰਾ, ਮੇਰਾ ਪ੍ਰਭੂ ਉਹ ਵਿਸਰ ਜਾਂਦਾ ਹੈ ਤੇ ਉਹ ਸਮਾਂ ਮੇਰੇ ਵਾਸਤੇ ਜਰਨਾ ਬਹੁਤ ਔਖਾ ਹੈ। ਹਮ ਮੂੜ ਮੁਗਦ ਸਦਾ ਸੇ ਭਾਈ, ਗੁਰ ਕਾ ਸ਼ਬਦ ਪਰਗਾਸਾ। ਜਿੰਨਾ ਚਿਰ ਤੇਰੇ ਸਿਮਰਨ ਦੇ ਨਾਲ ਨਹੀਂ ਨਾ ਜੁੜੇ ਸੀ, ਜਿੰਨਾ ਚਿਰ ਤੇਰੀ ਬੰਦਗੀ ਦੇ ਨਾਲ ਜੁੜੇ ਨਹੀਂ ਸੀ, ਤੇਰੀ ਸੰਗਤ ਨਹੀਂ ਪ੍ਰਾਪਤ ਹੋਈ ਸੀ, ਤੇ ਪਾਤਸ਼ਾਹ ਜੀ ਕਹਿੰਦੇ ਨੇ ਉਹਨਾਂ ਚਿਰ ਅਸੀਂ ਮੂਰਖ ਮੁਗਧ ਸਾਂ ਭੂਤਕਾਲ। ਜਿੰਨਾ ਚਿਰ ਸੰਗਤ ਦੀ ਪ੍ਰਾਪਤੀ ਨਹੀਂ, ਜਿੰਨਾ ਚਿਰ ਸਿਮਰਨ ਨਹੀਂ ਮਿਲਿਆ ਸੀ, ਜਿੰਨਾ ਚਿਰ ਜੀਵਨ ਦੀ ਸੋਝੀ ਨਹੀਂ ਆਈ ਸੀ, ਖਾਣ ਪੀਣ ਹੱਸਣ ਖੇਡਣ ਦੇ ਵਿੱਚ ਜੀਵਨ ਬਤੀਤ ਹੋ ਗਿਆ, ਉਸ ਸਮੇਂ ਮੈਂ ਮੂਰਖਾਂ ਤੋਂ ਵੀ ਮੂਰਖ ਸੀ। ਕਿਉਂ ਜੀ? ਕਿਉਂਕਿ ਕਹਿੰਦੇ ਮੂਰਖਾਂ ਸਿਰ ਮੂਰਖ ਹੈ, ਜੇ ਮੰਨੇ ਨਾਹੀ ਨਾਉ। ਜੇ ਮਾਲਕ ਦਾ ਨਾਮ ਨਹੀਂ ਨਾ ਮੰਨਦਾ ਸਮਝਦਾ ਤੇ ਮੂਰਖਾਂ ਦਾ ਵੀ ਮੂਰਖ ਹੈ। ਮੂਰਖ ਅੰਧ ਗਾਵਾਰ, ਮੂਰਖਾਂ ਸਿਰ ਮੂਰਖ, ਕਹਿਣ ਤੋਂ ਵੀ ਨਾ ਸਮਝ ਸਕਣ ਵਾਲਾ, ਜਿਸ ਨੂੰ ਸਮਝ ਹੀ ਨਹੀਂ ਆ ਸਕਦੀ ਹੈ। ਇਸ ਲਈ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਹਉ ਮੂਰਖ ਮੁਗਧ, ਅਸੀਂ ਮੂਰਖ ਸਾਂ, ਮੂਰਖ ਅਗਿਆਨੀ ਸਾਂ ਭਾਈ, ਪਰ ਗੁਰ ਕੈ ਸ਼ਬਦ ਪਰਕਾਸਾ। ਜਦੋਂ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਨਾ, ਰਹਿਮਤ ਕਰ ਦਿੱਤੀ, ਤੇ ਗੁਰੂ ਕੇ ਸ਼ਬਦ ਦੁਆਰਾ ਪ੍ਰਕਾਸ਼ ਹੋ ਗਿਆ, ਭਾਵ ਕਿ ਜੀਵਨ ਦੀ ਸਮਝ ਆ ਗਈ, ਜੀਵਨ ਦੇ ਵਿੱਚ ਚੇਤਨਤਾ ਆ ਗਈ। ਕਾਹਦੀ ਚੇਤਨਤਾ ਆਈ? ਕਿ ਇਹ ਜੀਵਨ ਕਿਸ ਵਾਸਤੇ ਹੈ, ਇਹ ਜੀਵਨ ਦਾ ਮਕਸਦ ਕੀ ਹੈ, ਜੀਵਨ ਮਿਲਿਆ ਕਿਸ ਵਾਸਤੇ ਹੈ, ਇਹ ਸਮਝ ਆ ਗਈ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫੱਕੜੇ, ਸਭ ਮੁਕਦੀ ਚੱਲੀ ਰਹਿਣ। ਇਹ ਸਮਝ ਆ ਗਈ, ਪਰ ਸਮਝ ਕਦੋਂ ਆਈ? ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੇ ਉਪਦੇਸ਼ ਦੇ ਰਾਹੀਂ। ਹਰ ਜੀਓ ਤੁਮ ਆਪੇ ਦੇਹੋ 부ਝਾਈ। ਹਰ ਜੀਓ, ਹੈ ਹਰੀ ਜੀਓ, ਐ ਮੇਰੇ ਮਾਲਕ ਪ੍ਰਭੂ ਸੁਆਮੀ ਜੀਓ, ਤੁਮ ਆਪੇ ਦੇਹੋ 부ਝਾਈ। ਤੁਸੀਂ ਆਪ ਹੀ ਬੁਝਾ ਦਿੰਦੇ ਹੋ, ਤੁਸੀਂ ਆਪ ਹੀ ਸਮਝਾ ਦਿੰਦੇ ਹੋ। ਮੈਂ ਬੇਨਤੀ ਕੀਤੀ ਸੀ ਨਾ ਕਿ ਪ੍ਰਭੂ ਨੂੰ ਮਿਲਣ ਦਾ ਕੋਈ ਸਾਧਨ, ਕੋਈ ਢੰਗ ਤਰੀਕਾ ਨਹੀਂ ਹੈ, ਇਹ ਤਾਂ ਗੁਰੂ ਦੇ ਕੋਲੋਂ ਮਿਲਦਾ ਹੈ ਨਾ। ਤੇ ਜੇ ਗੁਰੂ ਨੂੰ ਮਿਲਣਾ ਹੈ ਤੇ ਗੁਰੂ ਦੀ, ਪ੍ਰਭੂ ਦੀ ਪ੍ਰਾਪਤੀ ਕਰਨੀ ਹੈ, ਫਿਰ ਢੰਗ ਤਰੀਕਾ ਕੀ ਹੈ? ਸਾਇੰਸ ਨੇ ਬਹੁਤ ਤਰੱਕੀ ਕੀਤੀ ਹੈ, ਪਰ ਅੱਜ ਤੱਕ ਮੈਡੀਕਲ ਸਾਇੰਸ ਨੇ ਕੋਈ ਐਸੀ ਟੇਬਲੇਟ, ਕੋਈ ਐਸਾ ਕੈਪਸੂਲ ਤਿਆਰ ਨਹੀਂ ਕੀਤਾ ਕਿ ਜਿਸ ਦੇ ਛਕਿਆਂ ਸ਼ਾਂਤੀ ਮਿਲ ਜਾਏ, ਜਿਸ ਦੇ ਛਕਿਆਂ ਮਨ ਆਨੰਦਿਤ ਹੋ ਜਾਏ, ਜਿਸ ਦੇ ਛਕਿਆਂ ਸਾਡੇ ਮਨ ਵਿੱਚ ਅੰਤਰ ਆਤਮਾ ਨਿਸ਼ਚੈ ਹੋ ਜਾਏ ਪਰਮਾਤਮਾ ਦਾ ਸਰੂਪ। ਇਹ ਨਹੀਂ ਮਿਲੇ, ਇਹ ਤਾਂ ਕਰਨਾ ਪੈਂਦਾ, ਇਹ ਬੰਦਗੀ ਕਰਨੀ ਪੈਂਦੀ ਹੈ, ਇਹ ਸਾਧਨ ਕਰਨਾ ਪੈਂਦਾ ਹੈ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਉਹ ਮੇਰੇ ਮਾਲਕ ਨੇ, ਪ੍ਰਭੂ ਨੇ ਬਖਸ਼ਿਸ਼ ਕਰ ਦਿੱਤੀ। ਹਰ ਜੀਓ ਤੁਮ ਆਪੇ ਦੇਹੋ 부ਝਾਈ, ਤੁਸੀਂ ਆਪ ਹੀ ਬੁਝਾ ਦਿੰਦੇ ਹੋ। ਤੇ ਜਾਂ ਤੇ ਸਾਧ ਸੰਗਤ ਵਿੱਚ ਸਮਝ ਆਉਂਦੀ ਹੈ, ਜਿੱਥੇ ਆਪ ਜੀ ਸੱਜ ਬੈਠੇ ਹੋ, ਗੁਰੂ ਕੇ ਪਿਆਰਿਆਂ ਦੀ ਸੰਗਤ ਕਰਕੇ, ਤੇ ਜਾਂ ਫਿਰ ਪੰਚਮ ਪਾਤਸ਼ਾਹ ਜੀ ਨੂੰ ਬੇਨਤੀ ਕਰ ਲਈਏ ਕਿ ਮਹਾਰਾਜ ਆਪ ਜੀ ਕਿਰਪਾ ਕਰਕੇ ਦੱਸ ਦਿਓ। ਤੇ ਸਾਹਿਬ ਜੀ ਕੀ ਕਹਿੰਦੇ ਨੇ? ਸਾਧ ਕੈ ਸੰਗ 부ਝੈ ਪ੍ਰਭ ਨੇਰਾ। ਜਿੱਥੇ ਆਪ ਜੀ ਸੱਜ ਬੈਠੇ ਹੋ ਨਾ, ਗੁਰੂ ਪਿਆਰਿਆਂ ਦੀ ਸੰਗਤ, ਗੁਰੂ ਦੀ ਸੰਗਤ 부ਝੈ, ਸਮਝ ਆ ਜਾਂਦੀ ਹੈ, ਨਿਸ਼ਚੈ ਹੋ ਜਾਂਦਾ ਹੈ ਕਿ ਪ੍ਰਭ ਨੇਰਾ, ਕਿ ਉਹ ਮਾਲਕ ਜਿਹੜਾ ਪਰਮਾਤਮਾ ਹੈ ਨਾ, ਉਹ ਨੇਰਾ ਨੇੜੇ ਹੈ, ਉਹਨੂੰ ਕਿਤੇ ਦੂਰ ਨਹੀਂ ਭਾਲਣ ਜਾਣ ਦੀ ਲੋੜ, ਪਰਿਵਾਰ ਤਿਆਗਣ ਦੀ ਲੋੜ ਨਹੀਂ, ਕਾਰੋਬਾਰ ਤਿਆਗਣ ਦੀ ਲੋੜ ਨਹੀਂ,
ਦੁਕਾਨਦਾਰੀ ਛੱਡਣ ਦੀ ਲੋੜ ਨਹੀਂ, ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ। ਫਿਰ ਕਾਹਦੀ ਲੋੜ ਹੈ? ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਐਸਾ ਸੰਨਿਆਸੀ ਜੀਵਨ ਬਣਾ ਲੈ ਕਿ ਆਪਣੇ ਘਰ ਵਿੱਚ ਰਹਿੰਦਾ, ਆਪਣੇ ਪਰਿਵਾਰ ਵਿੱਚ ਰਹਿੰਦਾ, ਤੇਰੀ ਇਕਾਬਿਰਤੀ ਜਿਹੜੀ ਹੈ ਨਾ ਉਹ ਐ ਹੋਵੇ ਜਿਵੇਂ ਮੈਂ ਇਕਾਂਤ ਵਿੱਚ ਬੈਠਾ ਹੋਇਆ। ਪਰਿਵਾਰ ਵਿੱਚ ਬੈਠਿਆਂ ਵੀ ਇਕਾਂਤ ਅਨੁਭਵ ਕਰਨੀ ਹੈ। ਇਹ ਗੁਰੂ ਨੇ ਬੁਝਾ ਦਿੱਤਾ ਹੈ, ਸਮਝਾ ਦਿੱਤਾ ਹੈ। ਹਰ ਜੀਓ ਤੁਧ ਵਿਟੋ ਵਾਰਿਆ ਸਾਧਹੀ, ਤੇਰੇ ਨਾਮ ਵਿਟੋ ਬਲ ਜਾਈ। ਜਦੋਂ ਕੋਈ ਸਾਨੂੰ ਰਸਤਾ ਦਿਖਾ ਦਿੰਦਾ ਹੈ ਨਾ, ਕਿਸੇ ਭੁੱਲੇ ਭਟਕੇ ਰਾਹੀ ਨੂੰ, ਕਿਸੇ ਜੰਗਲ ਦੇ ਵਿੱਚ ਭਟਕੇ ਨੂੰ ਕੋਈ ਅਗਰ ਮਨੁੱਖ ਰਸਤਾ ਦਿਖਾ ਦੇਵੇ ਤੇ ਉਹਦੀ ਕੀਮਤ ਉਹ ਜਾਣਦਾ ਜਿਹੜਾ ਭਟਕਿਆ ਹੋਇਆ ਹੈ। ਅਸੀਂ ਵੀ ਭਟਕੇ ਹੋਏ ਹਾਂ, ਅਸੀਂ ਵੀ ਭੁੱਲੇ ਹੋਏ ਹਾਂ, ਅਸੀਂ ਵੀ ਜੰਗਲ ਰੂਪੀ ਉਜਾੜ ਦੇ ਵਿੱਚ ਫਿਰ ਰਹੇ ਹਾਂ। ਤੇ ਗੁਰੂ ਨੇ ਸਾਨੂੰ ਸਮਝਾ ਦਿੱਤਾ, ਗੁਰੂ ਨੇ ਸਾਨੂੰ ਸਮਝ ਬਖਸ਼ਿਸ਼ ਕਰ ਦਿੱਤੀ। ਤੇ ਜਦੋਂ ਕੋਈ ਰਸਤਾ ਦਰਸਾਉਂਦਾ ਹੈ ਨਾ, ਅਸੀਂ ਵਾਰ-ਵਾਰ ਉਹਦਾ ਧੰਨਵਾਦ ਕਰਦੇ ਹਾਂ। ਤੇ ਸਾਹਿਬ ਵੀ ਧੰਨਵਾਦ ਕਹਿੰਦੇ ਕਰਨਾ। ਕੀ ਧੰਨਵਾਦ ਕਰਨਾ? ਹਉ ਹਰ ਜੀਓ ਤੁਧ ਵਿਟੋ ਵਾਰਿਆ। ਐ ਮੇਰੇ ਮਾਲਕ ਹਰੀ ਜੀਓ, ਐ ਮੇਰੇ ਪ੍ਰਭੂ, ਮੈਂ ਤੇਰੇ ਤੋਂ ਵਾਰਿਆ ਕੁਰਬਾਨ ਜਾਂਦਾ ਹਾਂ। ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕਹਿ। ਕਿਹਨਾਂ ਦੇ ਜੀ? ਲੈਣ ਜੋ ਤੇਰਾ ਨਾਮ। ਮੈਂ ਉਹਨਾਂ ਤੋਂ ਕੁਰਬਾਨ ਜਾਣਾ ਜਿਹੜੇ ਤੇਰਾ ਨਾਮ ਲੈਂਦੇ ਨੇ। ਇਹ ਨਹੀਂ ਕਿ ਮੈਂ ਕਿਸੇ ਅਮੀਰ ਤੋਂ ਕੁਰਬਾਨ ਜਾਣਾ ਹਾਂ, ਕਿਸੇ ਸਵਰਨ ਜਾਤੀ ਤੋਂ ਕੁਰਬਾਨ ਜਾਂਦਾ ਹਾਂ। ਨਹੀਂ, ਜਿਹੜੇ ਤੇਰਾ ਨਾਮ ਲੈਣ ਵਾਲੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਇਸ ਲਈ ਸਤਿਗੁਰੂ ਜੀ ਕਹਿੰਦੇ ਨੇ, ਐ ਮੇਰੇ ਪ੍ਰਭੂ ਮੇਰੇ ਮਾਲਕ ਜੀ, ਤੁਧ ਵਿਟੋ ਵਾਰਿਆ। ਮੈਂ ਤੈਥੋਂ ਵਾਰਨੇ ਕੁਰਬਾਨੇ ਬਲਹਾਰਨੇ ਜਾਂਦਾ ਹਾਂ। ਤੇਰੇ ਨਾਮ ਵਿਟੋ ਬਲ ਜਾਈ। ਮੈਂ ਤੇਰੇ ਨਾਮ ਤੋਂ ਕੁਰਬਾਨ ਜਾਂਦਾ ਹਾਂ, ਮੈਂ ਤੇਰੇ ਤੋਂ ਬਲਹਾਰਨੇ ਜਾਂਦਾ ਹਾਂ। ਮੈਂ ਤੇਰੇ ਤੋਂ ਆਪਣੇ ਆਪ ਨੂੰ ਵਾਰੀ ਫੇਰੀ ਘੁਮਾਈ ਕਰ ਦਿੰਦਾ ਹਾਂ। ਜਦੋਂ ਆਨੰਦ ਕਾਰਜ ਹੁੰਦਾ ਹੈ ਨਾ, ਲੜਕੀ ਲੜਕਾ ਸਤਿਗੁਰਾਂ ਦੀਆਂ ਪਰਿਕਰਮਾ ਕਰਦੇ ਨੇ, ਪਤਾ ਕੀ ਭਾਵ ਹੁੰਦਾ ਕਿ ਅਸੀਂ ਤੇਰੇ ਤੋਂ ਕੁਰਬਾਨ ਹਾਂ, ਅਸੀਂ ਤੇਰੇ ਤੋਂ ਬਲਹਾਰ ਹਾਂ। ਤੁਸੀਂ ਸਾਡੀ ਜੀਵਨ ਦੇ ਵਿੱਚ ਆਤਮਿਕ ਰਸ, ਆਨੰਦ ਰਸ ਬਖਸ਼ਿਸ਼ ਕਰ ਦੇਣਾ। ਤੇ ਜਿਸ ਗੁਰੂ ਨੇ ਸਾਨੂੰ ਸਮਝ ਦਿੱਤੀ, ਪਾਤਸ਼ਾਹ ਕਹਿੰਦੇ ਨੇ, ਹਰ ਜੀਓ, ਹੇ ਹਰਿ ਜੀਓ, ਪ੍ਰਭੂ ਜੀਓ, ਹਉ ਤੁਧ ਵਿਟੋ, ਤੇਰੇ ਤੋਂ ਕੁਰਬਾਨ ਬਲਿਹਾਰ ਹਾਂ। ਰਹਾਉ ਹਮ ਸ਼ਬਦ ਮੂਏ ਸ਼ਬਦ ਮਾਰ ਜੀਵਾਲੇ ਭਾਈ, ਸ਼ਬਦੇ ਹੀ ਮੁਕਤ ਪਾਈ। ਵਿਸਰਾਮ ਦੇ ਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹਮ ਸ਼ਬਦ ਮੂਏ, ਹਮ ਅਸੀਂ, ਮੈਂ ਸ਼ਬਦ ਦੇ ਰਾਹੀਂ ਮਰ ਗਿਆ ਹਾਂ। ਸ਼ਬਦ ਦੇ ਰਾਹੀਂ ਮੈਨੂੰ ਮਰੇ ਨੂੰ ਜੀਵਨ ਮਿਲ ਗਿਆ ਹੈ। ਕਿਉਂਕਿ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਜਿਹੜਾ ਸ਼ਬਦ ਦੇ ਰਾਹੀਂ ਮਰ ਜਾਂਦਾ ਹੈ ਨਾ, ਉਸ ਨੂੰ ਮੁੜ ਕੇ ਵਾਰ-ਵਾਰ ਮਰਨਾ ਨਹੀਂ ਪੈਂਦਾ। ਸ਼ਬਦ ਮੂਏ ਸ਼ਬਦ ਮਾਰ ਜੀਵਾਲੇ। ਸ਼ਬਦ ਦੇ ਰਾਹੀਂ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ। ਤੇ ਸ਼ਬਦ ਨਾਲ ਹੰਗਤਾ ਮਮਤਾ ਦੇ ਅਧਿਆਸ ਕਿ ਮੈਂ ਉੱਚੀ ਜਾਤ ਦਾ ਹਾਂ, ਮੈਂ ਬਹੁਤ ਅਮੀਰ ਹਾਂ, ਆਪਣੀ ਤਨ ਦੀ ਸੁੰਦਰਤਾ ਦਾ ਹੰਕਾਰ ਕਰਨਾ, ਆਪਣੇ ਧਨ ਦਾ ਹੰਕਾਰ ਕਰਨਾ, ਉੱਚੀ ਕੁਲ ਦਾ ਹੰਕਾਰ ਕਰਨਾ, ਇਹ ਸਾਰਾ ਕੁਝ ਸ਼ਬਦ ਦੇ ਰਾਹੀਂ ਮਰ ਜਾਂਦਾ ਹੈ। ਇਸੇ ਕਰਕੇ ਸੰਗਤ ਵਿੱਚ ਆ ਕੇ ਨਾ, ਇਹ ਤਿੰਨ ਤਰ੍ਹਾਂ ਦੀ ਮੈਲ ਹੈ ਗ੍ਰੰਥਾਂ ਨੇ ਕਥਨ ਕੀਤੀ, ਮਲ, ਬਖਸ਼ੇਵ ਤੇ ਅਵਰਣਤਾ, ਇਹ ਖਤਮ ਹੋ ਜਾਂਦੀ ਹੈ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ, ਸ਼ਬਦੇ ਹੀ ਮੁਕਤ ਪਾਈ। ਗੁਰੂ ਦੇ ਸ਼ਬਦ, ਗੁਰੂ ਦੇ ਉਪਦੇਸ਼ ਦੁਆਰਾ, ਗੁਰੂ ਦੇ ਰਾਹੀਂ ਆਪਣਾ ਹੰਗਤਾ ਮਮਤਾ ਮਾਰ ਕੇ ਆਤਮਿਕ ਜੀਵਨ ਪ੍ਰਾਪਤ ਕਰਨਾ।
ਤੇ ਗੁਰੂ ਦੇ ਉਪਦੇਸ਼ ਰਾਹੀਂ ਮੁਕਤੀ ਪ੍ਰਾਪਤ ਹੋ ਜਾਂਦੀ ਹੈ, ਜੀਵਨ ਮੁਕਤ ਹੋ ਜਾਈਦਾ ਹੈ। ਸਭ ਦੇ ਮਨ ਤਨ ਨਿਰਮਲ ਹੋਆ, ਹਰ ਵਸਿਆ ਮਨ ਆਈ। ਗੁਰੂ ਦੇ ਉਪਦੇਸ਼ ਸ਼ਬਦ ਦੇ ਰਾਹੀਂ ਮਨ ਵੀ ਤਨ ਵੀ ਨਿਰਮਲ ਹੋਆ, ਨਿਰਮਲ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ, ਕਿਉਂਕਿ ਹਰ ਵਸਿਆ ਮਨ ਆਈ। ਹਰੀ ਪਰਮਾਤਮਾ ਜਦੋਂ ਮਨ ਵਿੱਚ ਵਸ ਗਿਆ, ਆ ਕੇ ਮਨ ਵਿੱਚ ਪਰਮਾਤਮਾ ਵਸ ਗਿਆ, ਤੇ ਮਨ ਵਿੱਚ ਵਸੇ ਦੀ ਕੀ ਨਿਸ਼ਾਨੀ ਹੈ? ਮੇਰ ਤੇਰ ਖਤਮ ਹੋ ਜਾਂਦੀ ਹੈ, ਹੰਗਤਾ ਮਮਤਾ ਖਤਮ ਹੋ ਜਾਂਦੀ ਹੈ। ਤੇ ਫਿਰ ਕੀ ਹੁੰਦਾ ਹੈ? ਜੋ ਦਿਸੈ ਸੋ ਤੇਰਾ ਰੂਪ। ਫਿਰ ਜੋ ਵੀ ਅਸੀਂ ਦੇਖਦੇ ਹਾਂ ਨਾ, ਇਹ ਪਰਮਾਤਮਾ ਤੇਰਾ ਹੀ ਸਰੂਪ ਦਿਖਦਾ ਹੈ, ਨਾ ਕੋਈ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਨ ਆਈ। ਇਹ ਗੁਰੂਦੇਵ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਪ੍ਰਮਾਤਮਾ ਮਨ ਵਿੱਚ ਆ ਕੇ ਵਸ ਜਾਂਦਾ ਹੈ ਨਾ, ਇਹ ਤਨ ਵੀ ਨਿਰਮਲ ਤੇ ਮਨ ਵੀ ਨਿਰਮਲ ਹੋ ਜਾਂਦਾ ਹੈ। ਸ਼ਬਦ ਗੁਰ ਦਾਤਾ ਜਿਤ ਮਨ ਰਾਤਾ, ਹਰ ਸਿਉ ਰਹਿਆ ਸਮਾਈ। ਸ਼ਬਦ ਗੁਰ, ਗੁਰੂ ਸ਼ਬਦ ਦਾ ਦਾਤਾ ਹੈ, ਗੁਰੂ ਉਪਦੇਸ਼ ਦਾ ਦਾਤਾ ਹੈ, ਗੁਰੂ ਉਪਦੇਸ਼ ਦੇਣ ਵਾਲਾ ਹੈ। ਜਿਤ ਮਨ ਰਾਤਾ, ਜਿਸ ਗੁਰੂ ਦੇ ਉਪਦੇਸ਼ ਦੇ ਰਾਹੀਂ ਮਨ ਰਾਤਾ ਰੰਗਿਆ ਗਿਆ ਹੈ। ਮਨ ਰੰਗੋ ਵੱਡ ਭਾਗਿਓ, ਗੁਰ ਤੁਠਾ ਕਰੇ ਪਸਾਓ। ਐ ਵੱਡ ਭਾਗਿਓ, ਵੱਡੇ ਭਾਗਾਂ ਵਾਲੇ ਸਤ ਸੰਗੀ ਜਨੋ, ਆਪਣਾ ਮਨ ਨਾਮ ਦੇ ਵਿੱਚ ਰੰਗ ਲਓ, ਸ਼ਬਦ ਦੇ ਵਿੱਚ ਰੰਗ ਲਓ, ਫਿਰ ਗੁਰੂ ਤੁਹਾਡੇ ਤੇ ਰਹਿਮਤ ਕਰੇਗਾ, ਗੁਰੂ ਤੁਹਾਡੇ ਤੇ ਬਖਸ਼ਿਸ਼ ਕਰੇਗਾ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਉਸ ਗੁਰੂ ਦੀ ਬਖਸ਼ਿਸ਼, ਗੁਰੂ ਦੀ ਰਹਿਮਤ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਰਹਿਆ ਸਮਾਈ। ਉਹ ਮਾਲਕ ਜਿਹੜਾ ਸਮਾਇਆ ਹੋਇਆ ਸਾਰੇ ਅੰਤਰ ਆਤਮਾ ਜੀਵਨ ਵਿੱਚ ਸਮਾ ਜਾਂਦਾ ਹੈ, ਸਾਰਿਆਂ ਵਿੱਚ ਪ੍ਰਮਾਤਮਾ ਦਾ ਰੂਪ ਨਜ਼ਰ ਆਉਂਦਾ ਹੈ। ਸ਼ਬਦ ਨ ਜਾਣੈ ਸੇ ਅੰਨੇ ਬੋਲੇ, ਸੇ ਕਿਤ ਆਏ ਸੰਸਾਰਾ। ਗੁਰਦੇਵ ਪਾਤਸ਼ਾਹ ਦੂਸਰਾ ਪੱਖ ਰੱਖਦੇ ਨੇ। ਪਹਿਲਾ ਪੱਖ ਤਾਂ ਹੈ ਨਾ, ਜਿਹੜੇ ਮਾਲਕ ਦੇ ਨਾਮ ਨਾਲ ਜੁੜ ਗਏ ਨੇ ਤੇ ਜੁੜੇ ਉਹ ਜਿਹੜੇ ਬੇਨਤੀ ਕੀਤੀ ਕਿ ਮੈਂ ਸਿਮਰਦਾ ਰਵਾਂ। ਹੁਣ ਦੂਸਰਾ ਪੱਖ ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ, ਸ਼ਬਦ ਨਾ ਜਾਣੇ, ਜਿਹੜੇ ਗੁਰੂ ਦੇ ਉਪਦੇਸ਼ ਨੂੰ ਨਹੀਂ ਜਾਣਦੇ, ਗੁਰੂ ਦੇ ਉਪਦੇਸ਼ ਨੂੰ ਨਹੀਂ ਸਮਝਦੇ, ਉਹ ਅੰਨੇ ਤੇ ਬੋਲੇ ਨੇ। ਕਿਉਂਕਿ ਸੇ ਅੰਨੇ ਬੋਲੇ ਕਿਤ ਆਏ ਸੰਸਾਰਾ। ਉਹ ਕਾਦੇ ਵਾਸਤੇ ਸੰਸਾਰ ਤੇ ਆਏ ਨੇ? ਸਾਈਨ ਆਫ ਇੰਟਰੋਗੇਸ਼ਨ ਇਸ ਨੂੰ ਕਹਿੰਦੇ, ਸਵਾਲੀਆ ਚਿੰਨ। ਇਹ ਸਵਾਲੀਆ ਚਿੰਨ ਉਹ ਕਾਦੇ ਵਾਸਤੇ ਸੰਸਾਰ ਤੇ ਆਏ ਨੇ? ਜਿਹੜੇ ਗੁਰੂ ਦੇ ਸ਼ਬਦ ਨੂੰ ਹੀ ਨਹੀਂ ਸਮਝਦੇ, ਗੁਰੂ ਦੇ ਉਪਦੇਸ਼ ਨੂੰ ਨਹੀਂ ਮੰਨਦੇ। ਹਰ ਰਸ ਨਾ ਪਾਇਆ, ਬਿਰਥਾ ਜਨਮ ਗਵਾਇਆ, ਜੰਮੈ ਵਾਰੋ ਵਾਰਾ। ਤੇ ਜਿਨ੍ਹਾਂ ਦੇ ਹਰੀ ਪ੍ਰਮਾਤਮਾ ਦੇ ਨਾਮ ਦੇ ਰਸ ਨੂੰ ਨਹੀਂ ਪਾਇਆ, ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਰਸ ਨੂੰ ਨਹੀਂ ਚੱਖਿਆ, ਉਹਨਾਂ ਨੇ ਆਪਣਾ ਜਨਮ ਬਿਰਥਾ ਗਵਾ ਲਿਆ ਹੈ, ਉਹਨਾਂ ਦਾ ਜਨਮ ਆਕਾਰਥ ਗਿਆ ਹੈ। ਇਸ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਨਾ, ਜਨਮ ਆਕਾਰਥ ਕੀਨ। ਸਿਮਰਨ ਤੋਂ ਬਿਨਾ ਜਨਮ ਆਕਾਰਥ ਹੈ, ਕਿਸੇ ਅਰਥ ਨਹੀਂ, ਜੀਵਨ ਦਾ ਕੋਈ ਸਿਧਾਂਤ ਨਹੀਂ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਾਈ ਐਸੇ ਜਿਹੜੇ ਜੀਵ ਨੇ ਨਾ, ਉਹ ਮੁੜ ਕੇ ਜੰਮਦੇ ਮਰਦੇ, ਮਰਦੇ ਜੰਮਦੇ ਨੇ। ਬਿਸ਼ਟਾ ਕੇ ਕੀੜੇ ਬਿਸ਼ਟਾ ਮਾਹੇ ਸਮਾਣੇ। ਉਹ ਗੰਦਗੀ ਦੇ ਕੀੜੇ ਨੇ ਤੇ ਗੰਦਗੀ ਦੇ ਵਿੱਚ ਹੀ ਸਮਾ ਜਾਂਦੇ ਨੇ, ਗੰਦਗੀ ਵਿੱਚ ਪੈਦਾ ਹੁੰਦੇ ਨੇ, ਗੰਦਗੀ ਵਿੱਚ ਹੀ ਸਮਾ ਜਾਂਦੇ ਨੇ। ਕਿਉਂ ਐਸਾ ਹੋਇਆ ਜੀ? ਮਨਮੁਖ ਮੁਗਧ ਗਵਾਰਾ। ਉਹ ਮਨਮੁਖ ਮੂਰਖ ਗਵਾਰ ਨੇ, ਜਿਨ੍ਹਾਂ ਨੇ ਜੀਵਨ ਦੇ ਇਸ ਸਿਧਾਂਤ ਨੂੰ ਨਹੀਂ ਸਮਝਿਆ ਤੇ ਖਾ ਲਿਆ, ਪੀ ਲਿਆ, ਸੌਂ ਲਿਆ, ਇਹੀ ਜੀਵਨ ਦਾ ਮਕਸਦ ਰਹਿ ਗਿਆ।
ਤੇ ਜਿਹੜੇ ਐਸੇ ਨੇ ਉਹਨਾਂ ਨੂੰ ਸਤਿਗੁਰੂ ਨੇ ਗੰਦਗੀ ਦੇ ਕੀੜੇ ਦੀ ਤਰ੍ਹਾਂ ਕਿਹਾ ਸਤਿਗੁਰੂ ਪਾਤਸ਼ਾਹ ਜੀ। ਇਸੇ ਲਈ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਜੇ ਤੂੰ ਸਿਮਰਨ ਨਹੀਂ ਕੀਤਾ ਸਿੱਖ ਗੁਰੂ ਕਾ ਹੋਏ ਗਇਓ, ਜਪ ਜੀ ਕੰਠ ਨਾ ਕੀਨ, ਤੰਦੁਲ ਪਿਨ ਤੁਖ ਕਾਮ ਕੇ ਤੈਸੇ ਸਿੱਖ ਕੋ ਚੀਨ। ਜੀਵਨ ਦਾ ਕਾਹਦਾ ਮਕਸਦ ਹੈ? ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨ ਕੋਈ। ਆਪੇ ਕਰ ਵੇਖੈ ਮਾਰਗ ਲਾਏ ਭਾਈ, ਉਹ ਮਾਲਕ ਆਪ ਹੀ ਕਰ ਕਰ ਕੇ ਵੇਖਦਾ ਏ, ਆਪ ਹੀ ਜੀਵਾਂ ਨੂੰ ਮਾਰਗ ਰਸਤੇ ਤੇ ਲਾਉਂਦਾ ਏ। ਉਹਦੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਹੈ ਨਹੀਂ। ਉਹ ਸਰਬ ਸ਼ਕਤੀਮਾਨ ਹੈ, ਉਹ ਕਰਨ ਕਾਰਨ ਸਮਰੱਥ ਹੈ, ਸਰਬ ਕਾਲਾ ਸਮਰੱਥ ਪਰਮਾਤਮਾ ਹੈ। ਜੋ ਤੁਰ ਲਿਖਿਆ ਸੋ ਕੋਏ ਨ ਮੇਟੈ ਭਾਈ, ਕਰਤਾ ਕਰੇ ਸੋ ਹੋਈ। ਤੇ ਜੋ ਧੁਰ ਦਰਗਾਹ ਦੇ ਤੋਂ ਲਿਖਿਆ ਹੈ ਨਾ, ਜੋ ਧੁਰ ਲਿਖਿਆ ਕੋਈ ਉਸ ਨੂੰ ਮੇਟ ਨਹੀਂ ਸਕਦਾ। ਲੇਖ ਨ ਮਿਟਈ ਹੈ ਸਖੀ, ਜੋ ਲਿਖਿਆ ਕਰਤਾਰ। ਤੇ ਰਾਜੇ ਨੇ ਸ਼ੰਕਾ ਕਰ ਲਈ, ਜੇ ਲਿਖਿਆ ਮਿਟਣਾ ਹੀ ਨਹੀਂ ਤੇ ਫਿਰ ਸੰਗਤ ਵਿੱਚ ਆਉਣ ਦਾ ਕੀ ਫਾਇਦਾ, ਫਿਰ ਸਿਮਰਨ ਬਾਣੀ ਪੜਨ ਦਾ ਕੀ ਫਾਇਦਾ। ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹ ਮਾਲਕ ਤੇਰੇ ਮਸਤਕ ਦੀਆਂ ਰੇਖਾਵਾਂ ਬਦਲ ਦਿੰਦਾ ਜਦੋਂ ਤੂੰ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ। ਜਦੋਂ ਮਸਤਕ ਝੁਕਾਉਂਦੇ ਆ ਨਾ ਗੁਰੂ ਦੀ ਹਜ਼ੂਰੀ ਵਿੱਚ, ਮੱਥਾ ਟੇਕਦੇ ਆ ਤੇ ਗੁਰੂ ਰਹਿਮਤ ਕਰਕੇ ਜਨਮ ਮਰਨ ਕੱਟ ਦਿੰਦਾ। ਸਮਾਂ ਨਹੀਂ ਹੈ। ਪਾਤਸ਼ਾਹ ਨੇ ਕੋਟ ਸ਼ਮੀਰ ਦੇ ਲਖਮੀਰ ਤੇ ਸ਼ਮੀਰ ਦੇ ਜਨਮ ਸੁਪਨੇ ਵਿੱਚ ਹੀ ਭਗਤੀ ਪੂਰੇ ਕਰ ਦਿੱਤੇ, ਕਿਉਂਕਿ ਉਹ ਗੁਰੂ ਦੀ ਸ਼ਰਨ ਵਿੱਚ ਆਇਆ ਹੈ। ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨ ਦੂਜਾ ਕੋਈ। ਹੇ ਭਾਈ, ਜਿਨ੍ਹਾਂ ਦੇ ਅੰਤਰ ਮਨ ਵਿੱਚ ਨਾਮ ਵਸਿਆ, ਨਾਨਕ ਨਾਮ ਵਸਿਆ ਮਨ ਭਾਈ, ਜਿਨ੍ਹਾਂ ਦੇ ਨਾਮ ਮਨ ਵਿੱਚ ਵਸ ਗਿਆ ਹੈ। ਤੇ ਨਾਮ ਕਦੋਂ ਵਸਿਆ? ਗੁਰੂ ਨੇ ਜਦੋਂ ਬਖਸ਼ਿਸ਼ ਕਰ ਦਿੱਤੀ, ਰਹਿਮਤ ਕਰ ਦਿੱਤੀ, ਕਿਉਂਕਿ ਗੁਰੂ ਤੋਂ ਬਿਨਾ ਕੋਈ ਨਾਮ ਦੀ ਦਾਤ ਦੇ ਨਹੀਂ ਸਕਦਾ। ਇਹ ਨਾਮ ਦੀ ਬਖਸ਼ਿਸ਼, ਨਾਮ ਦੀ ਦਾਤ ਗੁਰੂ ਤੋਂ ਬਿਨਾ ਹੋਰ ਕਿਸੇ ਕੋਲੋਂ ਪ੍ਰਾਪਤ ਨਹੀਂ ਹੋ ਸਕਦੀ। ਤੇ ਨਾਮ ਜਪਣ ਵਾਸਤੇ ਜੀਵਨ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਨਾਮ ਨਾ ਸਿਮਰੈ, ਜੇ ਨਾਮ ਨਹੀਂ ਨਾ ਸਿਮਰਿਆ ਤੇ ਫਿਰ ਜਨਮ ਦਾ ਮਰਨ ਦੇ ਵਿੱਚ ਪੈਣਾ ਪਵੇਗਾ, ਜਮਾਂ ਦੀਆਂ ਚੋਟਾਂ ਖਾਣੀਆਂ ਪੈਣਗੀਆਂ। ਇਸ ਲਈ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਤ ਚਿਰ ਘਟ ਅੰਤਰ ਹੈ ਸਾਸਾ। ਜਿੰਨਾ ਚਿਰ ਤੇਰੇ ਸਵਾਸ ਚੱਲਦੇ ਨੇ ਨਾ, ਪਰਮਾਤਮਾ ਦਾ ਸਿਮਰਨ ਕਰ, ਕੰਮ ਕਰਦਿਆਂ ਵੀ, ਉੱਠਦਿਆਂ ਬਹਿੰਦਿਆਂ ਵੀ, ਪਰਿਵਾਰ ਵਿੱਚ ਵੀ, ਅੰਤਰ ਆਤਮਾ ਤੇਰਾ ਧਿਆਨ ਨਾਮ ਦੇ ਵਿੱਚ ਜੁੜ ਜਾਏ ਤੇ ਜੀਵਨ ਬਖਸ਼ਿਸ਼ ਹੋ ਜਾਏਗਾ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਪਾਵਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਏ। ਹੋਈਆਂ ਭੁੱਲਾਂ ਨਾ ਚਿਤਾਰਨੀਆਂ। ਸਿੰਘ ਸਾਹਿਬ ਜੀ ਦਾ, ਗੁਰੂ ਕੀ ਸੰਗਤ ਪ੍ਰਬੰਧਕਾਂ ਦਾ ਕੋਟਾਨ ਕੋਟ ਧੰਨਵਾਦ। ਅਖੀਰਲੀਆਂ ਪੰਕਤੀਆਂ ਪਿਆਰ ਵਿੱਚ ਪੜੋ ਜੀ। ਆਪੇ ਕਰ ਵੇਖੈ ਮਾਰਗ ਲਾਏ ਭਾਈ, ਤਿਸ ਬਿਨ ਅਵਰ ਨ ਕੋਈ। ਜੋ ਤੁਰ ਲਿਖਿਆ ਸੋ ਕੋਏ ਨ ਮੇਟੈ ਭਾਈ, ਕਰਤਾ ਕਰੇ ਸੋ ਹੋਈ। ਨਾਨਕ ਨਾਮ ਵਸਿਆ ਮਨ ਅੰਤਰ ਭਾਈ, ਅਵਰ ਨਾ ਦੂਜਾ ਕੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।